ਸਾਡੇ ਨਾਲ ਪੰਜਾਬ ਦੇ ਐਗਰੀਕਲਚਰ ਮਿਨਿਸਟਰ ਨੇ ਕਾਕਾ ਰਣਦੀਪ ਸਿੰਘ ਨਾਭਾ। ਉਹਨਾਂ ਤੋਂ ਜਾਣਦੇ ਹਾਂ ਕਿਉਂਕਿ ਲਗਾਤਾਰ ਕੇਂਦਰ ਸਰਕਾਰ ਦੇ ਟੱਚ ਦੇ ਵਿੱਚ ਵੀ ਹੋ ਤੁਸੀਂ। ਜਿਹੜੀ ਸ਼ਾਰਟੇਜ ਆ ਰਹੀ ਹੈ ਕਾਕਾ ਰਣਦੀਪ ਜੀ, ਇਸ ਨੂੰ ਕਿਸ ਤਰ੍ਹਾਂ ਖਤਮ ਕਰਨ ਦੀ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ? ਬਹੁਤ ਬਹੁਤ ਤੁਹਾਡਾ ਸ਼ੁਕਰੀਆ ਨੀਤਿਕਾ ਜੀ। ਤੁਹਾਡੇ ਦਰਸ਼ਕਾਂ ਦੇ ਤਹਿਤ ਜਿਹੜੇ ਜੀ ਨਿਊਜ਼ ਦੇ ਸਾਰੇ ਹੀ ਸਾਡੇ ਇੱਛੁਕ ਸਾਥੀ ਹਨ ਜਾਂ ਵੈਲ ਵਿਸ਼ਰਸ ਹਨ, ਉਹਨਾਂ ਦੇ ਤਹਿਤ ਮੈਂ ਰੂਬਰੂ ਹੋਣ ਦਾ ਤੁਸੀਂ ਮੌਕਾ ਦਿੱਤਾ ਹੈ। ਔਰ ਮੇਰਾ ਖਿਆਲ DAP ਇੱਕ ਐਸਾ ਮੁੱਦਾ ਹੈ ਜਿਹੜਾ ਸਾਰੇ ਸੰਸਾਰ 'ਚ ਵਰਲਡ ਵਾਈਡ ਸ਼ਾਰਟੇਜ ਆਈ ਹੈ। ਉਹਦਾ ਵਿਸ਼ੇਸ਼ ਕਾਰਨ ਇਹ ਹੈ ਕਿ ਕਿਉਂਕਿ ਪਹਿਲਾਂ ਚੀਨ ਤੋਂ ਵੀ DAP ਇੰਪੋਰਟ ਹੁੰਦਾ ਸੀਗਾ, ਜਦ ਦਾ ਕੋਵਿਡ ਹਾਲਾਤ ਬਣੇ ਤੁਸੀਂ ਆਪ ਜਾਣੂ ਹੋ। ਸੋ ਜ਼ਿਆਦਾ ਤੌਰ 'ਤੇ ਜਿਹੜਾ DAP ਦੀ ਇੰਪੋਰਟ ਹੈ ਮੋਰੋਕੋ ਤੋਂ ਕੀਤੀ ਜਾ ਰਹੀ ਹੈ ਜਾਂ ਰੂਸ ਤੋਂ, ਰਸ਼ੀਆ ਤੋਂ ਕੀਤੀ ਜਾ ਰਹੀ ਹੈ। ਔਰ ਉਹਦੇ ਲਈ ਪੰਜਾਬ ਸਰਕਾਰ ਕਾਫੀ ਉਪਰਾਲੇ ਕਰ ਰਹੀ ਹੈ ਕਿਉਂਕਿ ਸ਼ਾਰਟੇਜ ਦੇ ਬਾਵਜੂਦ ਵੀ ਮੈਂ ਸਮਝਦਾ ਜਿਹੜੀ ਹਾਲੇ ਤੱਕ ਪੈਨਿਕ ਸਿਚੁਏਸ਼ਨ ਨਹੀਂ ਹੋਈ ਹੈ, ਇਹ ਪੰਜਾਬ ਸਰਕਾਰ ਦੇ ਮੇਰਾ ਖਿਆਲ ਜ਼ੋਰ ਦੇ ਤਹਿਤ ਜਾਂ ਕੇਂਦਰ ਦੀ ਸਰਕਾਰ ਨਾਲ ਬਾਰ-ਬਾਰ ਤਾਲਮੇਲ ਰੱਖਣ ਦੇ ਅਧੀਨ ਅਸੀਂ ਹਾਲੇ ਤੱਕ DAP ਪਹੁੰਚਾਉਣ 'ਚ ਅਸੀਂ ਕਾਮਯਾਬੀ ਹਾਸਲ ਕੀਤੀ ਹੈ। ਪਹਿਲਾਂ ਸਮੱਸਿਆ ਸ਼ੁਰੂ 'ਚ ਆਈ ਸੀ ਕਿਉਂਕਿ 89% ਹਰਿਆਣੇ ਨੂੰ ਦਿੱਤਾ ਗਿਆ ਸੀਗਾ, ਜਿਹੜੀ ਐਲੋਕੇਸ਼ਨ ਸੀਗੀ ਕੇਂਦਰ ਸਰਕਾਰ ਵੱਲੋਂ, ਜਿਹੜੀ ਮੰਗ ਕੀਤੀ ਜਾਂਦੀ ਹੈ ਕੁਛ ਹਿੱਸਾ ਉਸ 'ਚੋਂ ਐਲੋਕੇਟ ਕੇਂਦਰ ਦੀ ਸਰਕਾਰ ਵੱਖ-ਵੱਖ ਸੂਬਿਆਂ ਨੂੰ ਕਰਦੀ ਹੈ। ਔਰ UP 'ਚ ਉਹਨਾਂ ਨੇ ਲਗਭਗ 120% ਦਿੱਤਾ ਸੀਗਾ ਔਰ ਰਾਜਸਥਾਨ 'ਚ 88% ਦਿੱਤਾ ਸੀ, ਲੇਕਿਨ ਪੰਜਾਬ 41% ਸੀ। ਅੱਜ ਪੰਜਾਬ ਲਗਭਗ ਬਰਾਬਰ ਉਹਨਾਂ ਦੇ ਹਿੱਸੇ 'ਚ ਆਉਣ ਲੱਗਿਆ ਹੈ ਔਰ ਮੈਂ ਇਸ ਦਾ ਧੰਨਵਾਦ ਹੀ ਕਰਨਾ ਚਾਹੁੰਦਾ। ਮੈਂ ਸਮਝਦਾ ਆਪਣੀ ਜ਼ਿੰਮੇਵਾਰੀ ਤੋਂ ਕੋਤਾਹੀ ਕਰਾਂਗਾ, ਚਾਹੇ ਸਾਡੀ ਵੱਖਰੀ ਸਰਕਾਰ ਹੈ, ਕੇਂਦਰ 'ਚ ਭਾਜਪਾ ਸਰਕਾਰ ਹੈ, ਲੇਕਿਨ ਉਹਨਾਂ ਨੇ ਸਾਨੂੰ ਇਸ ਦੇ ਅਧੀਨ ਸਾਡੀ ਜਿਹੜੀ ਬਾਰ-ਬਾਰ ਮੀਟਿੰਗਾਂ ਹੋਈਆਂ, ਸਾਨੂੰ ਉਹਨਾਂ ਨੇ ਸਹਿਯੋਗ ਦੇਣਾ ਸ਼ੁਰੂ ਕੀਤਾ ਹੈਗਾ। ਹੁਣ ਕੀ ਸਿਚੁਏਸ਼ਨ ਹੈ ਪੰਜਾਬ ਦੇ ਸਾਰੇ ਇਲਾਕਿਆਂ ਦੇ ਵਿੱਚ ਪਹੁੰਚ ਰਹੀ ਹੈ DAP ਜਾਂ ਫਿਰ ਹਾਲੇ ਵੀ ਜਗ੍ਹਾਵਾਂ ਜਿਹੜੀਆਂ ਨੇ ਉਹ ਡਿਸਾਈਡ ਕੀਤੀਆਂ ਜਾ ਰਹੀਆਂ ਨੇ ਕਿ ਕਿੱਥੇ ਪਹਿਲਾਂ ਪਹੁੰਚਾਉਣਾ ਜ਼ਰੂਰੀ ਹੈ? ਰੋਜ਼ ਦਾ ਜਿਹੜਾ ਡਾਟਾ ਹੈ ਸਾਡੇ ਕੋਲ, ਡੇਲੀ ਡਾਟਾ ਆਉਂਦਾ ਹੈ ਕਿ ਕਿੰਨੇ % ਕਿੱਥੇ DAP ਪਹੁੰਚੀ ਹੈ। ਅਸੀਂ ਪਹਿਲਾਂ ਜਿਹੜੇ ਪੰਜਾਬ ਦੀ ਹਾਲੇ ਤੱਕ ਤਸਵੀਰ ਰਹੀ ਹੈ 50% DAP ਵੰਡੇ ਜਾਂਦੇ ਪ੍ਰਾਈਵੇਟ ਅਦਾਰਿਆਂ ਨੂੰ, ਕਿਉਂਕਿ ਤਕਰੀਬਨ 67 ਤੋਂ 70% ਪ੍ਰਾਈਵੇਟ ਅਦਾਰੇ ਕਿਸਾਨਾਂ ਨੂੰ ਵੰਡਦੇ ਸੀਗੇ ਔਰ 37% ਹੱਦ ਤੋਂ ਹੱਦ ਹਾਲੇ ਤੱਕ ਕੋਆਪਰੇਟਿਵ ਸੁਸਾਇਟੀਆਂ ਬਣ। ਲੇਕਿਨ ਐਕਟੀ ਮਹਿਸੂਸ ਕੀਤਾ ਗਿਆ ਕਿ ਕੋਆਪਰੇਟਿਵ ਸੁਸਾਇਟੀਆਂ ਨੂੰ ਅਸੀਂ ਵੱਧ ਦਿੱਤਾ ਗਿਆ, 70% ਅਸੀਂ ਕੋਆਪਰੇਟਿਵ ਸੁਸਾਇਟੀਆਂ ਨੂੰ ਦੇ ਰਹੇ ਕਿਉਂਕਿ ਉਸ 'ਚ ਛੋਟਾ ਜ਼ਿਮੀਂਦਾਰ ਹੈ, ਮਾਰਜਨਲ ਫਾਰਮਰ ਹੈ ਜਿਹੜਾ ਕੋਆਪਰੇਟਿਵ ਸੁਸਾਇਟੀ ਨਾਲ ਜੁੜਿਆ ਹੋਇਆ। ਔਰ ਸਾਡੀ ਕੋਸ਼ਿਸ਼ ਇਹੀ ਸੀ ਕਿਉਂਕਿ ਅਸੀਂ ਵੱਧ ਤੋਂ ਵੱਧ ਜਿਹੜੇ ਸਮਾਲ ਸਕੇਲ ਫਾਰਮਰ ਆ ਉਹਨਾਂ ਦੀ ਹਮਾਇਤ 'ਚ ਅਸੀਂ ਆ ਸਕੇ। ਹਾਂ, ਇਸ 'ਚ ਕੋਈ ਦੋ ਰਾਏ ਨਹੀਂ ਕਿ ਜਿੱਥੇ ਜਿੱਥੇ ਰੇਕ ਲੱਗਦੇ ਹੋਣਗੇ ਕਿਸਾਨ ਯੂਨੀਅਨਾਂ ਆਪਣੇ ਲੀਡਰ ਸਾਹਿਬਾਨ ਲੈ ਕੇ ਪਹੁੰਚਦੀਆਂ ਹੋਣਗੀਆਂ, ਦਬਾਅ ਪਾਉਂਦੀਆਂ ਹੋਣਗੀਆਂ ਅਫਸਰਾਂ 'ਤੇ ਵੀ, ਕਿਉਂਕਿ ਨੂਡਲ ਏਜੰਸੀ ਸੀ ਮਾਰਕਫੈਡ ਬਣਾਈ ਹੈ ਕਿਉਂਕਿ ਮਾਰਕਫੈਡ ਆਪ ਟੈਂਡਰ ਲਾਉਣ ਜੋ ਐਕਟੀ ਨਹੀਂ ਸੀ ਕਿਉਂਕਿ ਉਹਨਾਂ ਨੇ ਜਿਹੜਾ ਟੈਂਡਰ ਰਿਵਰਸ ਬਿਡਿੰਗ 'ਚ ਲੈਣਾ ਸੀ ਉਹ ਨਹੀਂ ਲੈ ਸਕੇ ਕਿਉਂ ਉਹਨਾਂ ਨੇ ਬਲਕਿ ਕਲੇਮ ਪਾ ਦਿੱਤਾ IPL ਤੇ PPL ਦੇ ਤਹਿਤ। ਤਾਂ ਉਹਨਾਂ ਨੇ ਇਫਕੋ ਨੇ ਫੈਸਲਾ ਕਰ ਲਿਆ ਕਿ ਜਿੱਥੇ ਮਾਰਕਫੈਡ ਅਸੀਂ ਨੂਡਲ ਏਜੰਸੀ ਹੋਊ ਅਸੀਂ ਉੱਥੇ ਮਾਰਕਫੈਡ ਨੂੰ ਨਹੀਂ ਦੇਵਾਂਗੇ। ਕਿਤੇ ਨਾ ਕਿਤੇ ਕੁਤਾਹੀ ਮਾਰਕਫੈਡ ਮਹਿਕਮੇ 'ਚੋਂ ਰਹੀ ਹੈ DAP ਦੇ ਤਹਿਤ, ਲੇਕਿਨ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਹੈ ਉਹ ਅਸੀਂ ਹੌਲੀ ਹੌਲੀ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਮੇਰੇ ਕੋਲ ਜਿਹੜਾ ਡਾਟਾ ਹੈਗਾ ਕੇਂਦਰ ਸਰਕਾਰ ਦਾ, ਇਹ 9/11 ਤੋਂ ਲੈ ਕੇ 2021 ਤੱਕ ਤੋਂ ਲੈ ਕੇ 14/11/2021 ਤੱਕ ਸਾਨੂੰ 42 ਰੇਕ ਜਿਹਦੇ ਤਹਿਤ ਮੈਂ ਦਰਸ਼ਕਾਂ ਨੂੰ ਦੇਣਾ ਚਾਹੁੰਦਾ ਕਿਉਂਕਿ ਪੈਨਿਕ ਨਾ ਹੋਏ, 42 ਰੇਕ ਸਾਨੂੰ ਸੈਂਕਸ਼ਨ ਕੀਤੇ ਗਏ ਹੋਣਗੇ। ਔਰ ਜਿਹੜੇ ਸਾਡੇ 14 ਤਰੀਕ ਤੋਂ ਬਾਅਦ ਸਾਨੂੰ ਪਹਿਲਾਂ ਇਹਨਾਂ ਨੇ ਰੇਕ ਦਿੱਤੇ ਸੀ, ਇਹ ਏਰੀਆ ਵਾਈਜ਼ ਜਿੱਥੇ ਕਿੱਲਤ ਹੈਗੀ ਜਾਂ ਘੱਟ ਸਾਨੂੰ ਡਾਟਾ ਆਇਆ ਹੈਗਾ ਅਸੀਂ ਉਹਨਾਂ ਸੁਸਾਇਟੀਆਂ ਕੋਲ ਪਹੁੰਚਾ ਰਹੇ ਹੋਣਗੇ। 35 ਰੇਕ ਸੀ, ਲੇਕਿਨ ਕੱਲ੍ਹ ਅਸੀਂ ਦੁਬਾਰਾ ਕੇਂਦਰ ਦੀ ਸਰਕਾਰ ਨਾਲ ਜਤਨ ਜੀ ਨਾਲ ਸੰਪਰਕ ਕੀਤਾ, ਉਹਨਾਂ ਨੇ 35 ਤੋਂ ਵਧਾ ਕੇ ਸਾਨੂੰ 60 ਰੇਕਾਂ ਦੀ ਇਹਦੀ ਇਜਾਜ਼ਤ ਦੇਤੀ ਜਿਹੜੀ ਅਸੀਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਯਾਨੀ ਕਿ ਇੱਕਦਮ ਕਾਫੀ ਹਾਈ ਪਰਸੈਂਟੇਜ ਤੇ ਦਿੱਤੀ ਹੈ। ਜਿਹੜੇ ਡਾਟਾ ਐਗਰੀਕਲਚਰ ਮਿਨਿਸਟਰ ਦਿਖਾ ਰਹੇ ਨੇ ਉਹ ਕਹਿ ਰਹੇ ਨੇ ਕਿ ਪਹਿਲਾਂ 35 ਰੇਕ ਆ ਰਹੇ ਸੀਗੇ, ਪਰ ਜਦੋਂ ਰਿਕੁਐਸਟ ਕੀਤੀ ਗਈ ਕੇਂਦਰ ਸਰਕਾਰ ਨੂੰ ਤਾਂ 60 ਰੇਕ ਜਿਹੜੇ ਹੈ ਉਹ ਭੇਜੇ ਜਾ ਰਹੇ ਨੇ। ਤੇ ਉਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਕਿੰਨਾ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ ਯਾਨੀ ਕਿ ਕਿਹੜੀ ਡਿਸਟ੍ਰਿਕਟ ਨੂੰ ਕਿੰਨੇ ਰੇਕ ਜਿਹੜੇ ਨੇ ਉਹ ਭੇਜੇ ਗਏ ਨੇ। ਇਹਦੇ ਵਿੱਚ ਡਿਮਾਂਡ ਵੀ ਜਿਹੜੀ ਹੈ ਉਹ ਵੀ ਦੱਸੀ ਗਈ ਹੈ। ਜਿੱਥੇ ਤੱਕ ਸਵਾਲ ਹੈ ਜਿੰਨੀ ਕੁ ਡਿਮਾਂਡ ਸਾਡੀ ਹੈ, ਡਿਮਾਂਡ ਤੋਂ ਹੁਣ ਤੱਕ ਅਸੀਂ ਜਿਹੜੀ ਸਾਡੇ ਬਕਾਇਦਾ ਰੀਜਨਲ ਆਫਿਸ ਤੋਂ ਜਾਂ ਡਿਸਟ੍ਰਿਕਟ ਵਾਈਜ਼ ਸਾਨੂੰ ਡਿਮਾਂਡ ਕੋਆਪਰੇਟਿਵ ਅਦਾਰਿਆਂ ਦੇ ਅਧੀਨ ਆਉਂਦੀ ਹੈ, ਉਹਦੇ ਅਧੀਨ ਅਸੀਂ ਕੁੱਲ 7.5% ਘੱਟ ਹੈ। ਸੋ ਠੀਕ ਹੈ, ਇਸ 'ਚ ਕੋਈ ਦੋ ਰਾਏ ਨਹੀਂ ਹੈ ਜਾਂ ਮੈਂ ਸਮਝਾਂਗਾ ਕਿ ਮੇਰੇ ਤੋਂ ਗਲਤ ਬਿਆਨ ਕੀਤਾ ਜਾਊਗਾ ਜੇ ਮੈਂ ਸੋਚਾਂ
क्या ਲੋਕਾਂ ਨੂੰ ਤਹਿਤ की किल्लत नहीं है क्योंकि वर्ल्ड वाइड शॉर्टेज सी ਯਾਨੀ ਕਿ ਤੁਸੀਂ ਕਹਿ ਰਹੇ ਹੋ 100% ਇਹ ਡਿਮਾਂਡ ਹੈ ਤਾਂ 93% ਜਿਹੜੀ ਹੈ ਉਹ ਪੰਜਾਬ ਸਰਕਾਰ ਪੂਰੀ ਕਰ ਰਹੀ ਹੈ। पूरी बाय दी 30th पूरी हो जाएगी। Okay, okay. सो मैं समझदा 30 तरीक तक बजाई है। 30 ਤਰੀਕ ਤੱਕ ਅਸੀਂ ਕੋਸ਼ਿਸ਼ ਕਰਾਂਗੇ ਕਿ 100% ਸਾਡੇ ਕਿਸਾਨ ਆਪਣੀ ਫਸਲਾਂ ਬੀਜ ਸਕਣ। ਸਾਨੂੰ ਐਕਤੀ ਮਾਰ ਇਹ ਵੀ ਪਈ ਹੈ ਬਾਛੜ ਆਈ ਕੁਝ ਏਰੀਆ 'ਚ ਜਿਹੜੀ ਸਾਡੀਆਂ ਬਾਸਮਤੀ ਦਾ ਰੀਜਨ ਸੀਗਾ ਉੱਥੇ ਸਾਡੀ ਜਿਹੜੀ ਕਟਾਈ ਹੈ ਲੇਟ ਹੋ ਗਈ। ਕਈ ਥਾਂ ਤੇ ਆਲੂ ਖਰਾਬ ਹੋ ਗਏ, ਦੁਬਾਰਾ ਬਜਾਈ ਸ਼ੁਰੂ ਹੋ ਗਈ, ਉਹਦੇ ਲਈ ਡੀਏਪੀ ਦੁਬਾਰਾ ਸਾਨੂੰ ਲੋੜ ਪੈਗੀ। ਸੋ ਇਹਦੇ ਕਰਕੇ ਕਿਤੇ ਨਾ ਕਿਤੇ ਕੁਝ ਸਮੱਸਿਆ ਆਈਆਂ ਹਨਗੀਆਂ ਔਰ ਬਕਾਇਦਾ ਅਸੀਂ ਉਹਨਾਂ ਸਮੱਸਿਆ ਜਿਵੇਂ ਜਿਵੇਂ ਸਮੱਸਿਆ ਆਈਆਂ ਸਾਨੂੰ ਅਸੀਂ ਉਹਨਾਂ ਦੇ ਹੱਲ ਕਰਦੇ ਗਏ ਹਨ। ਅੱਛਾ ਕਾਕਾ ਰਣਦੀਪ ਜੀ, ਕਿਸਾਨ ਕਹਿ ਰਹੇ ਨੇ ਕਿ ਇਸ ਦੇ ਅਰੇਂਜਮੈਂਟ ਜਿਹੜੀ ਹੈ ਉਹ 3-3 ਮਹੀਨੇ ਪਹਿਲਾਂ ਹੀ ਕਰ ਲਈ ਜਾਂਦੀ ਹੈ, ਪਰ ਇਸ ਵਾਰ ਪੰਜਾਬ ਸਰਕਾਰ ਨੇ ਵੀ ਥੋੜੀ ਦੇਰੀ ਕਰਤੀ। ਦੇਖੋ ਇਹ ਮਹਿਕਮਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੈ ਕਿ ਚੀਫ ਮਿਨਿਸਟਰ ਸਾਹਿਬਾਨ ਕੋਲ ਪਿਛਲੇ 30 ਜਾਂ 40 ਵਰ੍ਹਿਆਂ ਤੋਂ ਰਿਹਾ ਹੈ। ਸੋ ਮੇਰੇ ਕੋਲ ਜਦ ਦਾ ਮਹਿਕਮਾ ਆਇਆ ਹੈ ਅਸੀਂ ਕੋਈ ਨਾ ਕੋਈ ਝੰਜਟ 'ਚ ਉਲਝੇ ਰਹੇ ਹਾਂ, ਚਾਹੇ ਬੋਲਵਰਮ ਸੀਗਾ ਉਹਦਾ ਮੁਆਵਜ਼ਾ ਦੇਣਾ ਸੀਗਾ, ਉਸ ਤੋਂ ਬਾਅਦ ਡੀਏਪੀ ਦੀ ਸ਼ਾਰਟੇਜ ਆ ਗਈ ਕਿਉਂਕਿ ਮਾਰਕਫੈਡ ਨੇ ਟੈਂਡਰ ਨਹੀਂ ਭਰਿਆ ਔਰ ਬਕਾਇਦਾ ਸਾਡੇ ਮੁੱਖ ਮੰਤਰੀ ਸਾਹਿਬਾਨ ਨੇ ਉਦੋਂ ਗੌਰ ਨਹੀਂ ਕੀਤੀ। ਸੋ ਉਹ ਜਿਹੜੀ ਸਮੱਸਿਆ ਆਈਆਂ ਉਹਦਾ ਸਾਹਮਣਾ ਕਰਦੇ ਰਹੇ, ਲੇਕਿਨ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਕਿ ਅਸੀਂ ਫਿਰ ਵੀ ਕਿਸਾਨ ਨੂੰ ਰਾਹਤ ਦੇਣ ਦੀ ਕਾਫੀ ਹੱਦ ਤੱਕ ਕਾਮਯਾਬੀ ਹਾਸਲ ਕੀਤੀ ਹੈ। ਅੱਛਾ ਕਾਕਾ ਰਣਦੀਪ ਜੀ, ਇਸ ਦੇ ਨਾਲ ਹੀ ਕਹਿੰਦੇ ਕਿ ਕਾਲਾ ਬਾਜ਼ਾਰੀ ਜਿਹੜੀ ਹੈ ਸ਼ੁਰੂ ਹੋ ਗਈ ਹੈ। ਜਿਹੜਾ ਰੇਟ ਸੀਗਾ ਉਸ ਤੋਂ ਜ਼ਿਆਦਾ ਕੀਮਤ ਤੇ ਜਿਹੜੀ ਹੈ ਉਹ ਡੀਏਪੀ ਵੇਚੀ ਜਾ ਰਹੀ ਹੈ। ਐਸ ਦੇਖੋ ਜਿੱਥੇ ਤੱਕ ਸਮੱਸਿਆ ਹੈ ਵਰਲਡ ਵਾਈਡ ਇਹਦੀ ਸ਼ਾਰਟੇਜ ਕਿਉਂ ਆਈ, $485 ਪਰ ਟਨ ਸਾਡੀ ਜਿਹੜੇ ਮਾਰਕੀਟ 'ਚ ਦਾ ਰੇਟ ਵੱਧ ਗਿਆ। ਗਵਰਨਮੈਂਟ ਆਫ ਇੰਡੀਆ ਨੇ ਫੈਸਲਾ ਕਰ ਲਿਆ ਕਿ ਗਵਰਨਮੈਂਟ ਆਫ ਇੰਡੀਆ ਸਬਸਿਡੀ ਦਿੰਦੀ ਹੈ ਇਸ 'ਤੇ, ਉਹਨਾਂ ਨੇ ਫੈਸਲਾ ਕਰ ਲਿਆ, ਨਿਰਣੇ ਲੈ ਲਿਆ ਕਿ ਅਸੀਂ ਸਬਸਿਡੀ ਦੇ ਕੇ ਸਟੇਟਾਂ ਨੂੰ ਨਹੀਂ ਦੇਣੀ, ਜਿਹਦੇ ਕਰਕੇ ਪਿੱਛੋਂ ਸ਼ਾਰਟਫਾਲ ਖੜੀ ਹੋਣੀ ਸ਼ੁਰੂ ਹੋਈ। ਲੇਕਿਨ ਅਸੀਂ ਹੌਲੀ ਹੌਲੀ ਗਵਰਨਮੈਂਟ ਆਫ ਇੰਡੀਆ ਨਾਲ ਤਾਲਮੇਲ ਕਰਦੇ ਰਹੇ ਔਰ ਹੌਲੀ ਹੌਲੀ ਸ਼ਾਰਟੇਜ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਕਾਲਾ ਬਾਜ਼ਾਰੀ ਤਾਂ ਪੰਜਾਬ ਸ਼ੁਰੂ ਹੋਈ ਕਿਉਂਕਿ ਜਦ ਲੋਕਾਂ 'ਚ ਅਖਬਾਰਾਂ 'ਚ ਛਪਣਾ ਸ਼ੁਰੂ ਹੋ ਗਿਆ ਕਿ ਡੀਏਪੀ ਦੀ ਵਰਲਡ ਵਾਈਡ ਸ਼ਾਰਟੇਜ ਹੈਗੀ ਤਾਂ ਲੋਕਾਂ ਨੇ ਹੋਰਡਿੰਗ ਕਰਨੀ ਸ਼ੁਰੂ ਕਰਤੀ। ਪਰਸੋਂ ਅਸੀਂ ਕੇਸ ਰਜਿਸਟਰ ਕੀਤਾ, ਤੁਸੀਂ ਅਖਬਾਰਾਂ 'ਚ ਵੀ ਪੜ੍ਹਿਆ ਹੋਣਾ, 2500 ਥੈਲੇ ਸਾਨੂੰ ਕਿਤੇ ਫਿਰੋਜ਼ਪੁਰ 'ਚ ਕਿਸੇ ਵਿਅਕਤੀ ਤੌਰ ਕਿਸੇ ਗੋਦਾਮ 'ਚ ਮਿਲੇ, ਉਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਗਈ। ਕੱਲ੍ਹ ਜਲੰਧਰ ਕੀਤੀ ਗਈ। ਅੱਜ ਬਕਾਇਦਾ ਸਾਡਾ ਮੈਨੂੰ ਸਵੇਰੇ ਸਾਡੇ ਪ੍ਰਧਾਨ ਜੀ ਦੇ ਜ਼ਰੀਏ ਪਤਾ ਲੱਗਿਆ ਕਿ ਸਾਡਾ ਕੋਈ ਐਗਰੀਕਲਚਰ ਆਫਿਸਰ ਸੀਗਾ ਜਿਹਦਾ ਨਾਮ ਸੀ ਮਨਿੰਦਰ ਮਾਨ ਔਰ ਅਮਰਿੰਦਰ ਮਾਨ, ਤੇ ਉਹਦੇ ਤੇ ਤਹਿਤ ਅਸੀਂ ਉਹਨੂੰ ਚਾਰਜਸ਼ੀਟ ਪੇਸ਼ ਕੀਤੀ ਹੈ। ਉਹਨੇ ਬਕਾਇਦਾ ਅੱਜ ਛੁੱਟੀ ਵੀ ਲਿੱਤੀ ਹੋਈ ਸੀ ਸਰਕਾਰ ਤੋਂ ਬਿਨਾਂ ਪ੍ਰਵਾਨਗੀ ਦੇ ਤਹਿਤ, ਉਹ ਅੱਜ ਆਪਣੇ ਕਮੈਂਟਸ ਲਈ ਹਾਜ਼ਰ ਨਹੀਂ ਸੀ ਔਰ ਡਾਇਰੈਕਟਰ ਨੂੰ ਸਖਤ ਹਦਾਇਤ ਦਿੱਤੀ ਗਈ ਕਿ ਉਹ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਏ। ਕੋਈ ਵੀ ਵਿਅਕਤੀ ਜੇ ਅੱਜ ਕਿਸਾਨਾਂ ਦੇ ਨਾਲ ਐਸਾ ਵਿਤਕਰਾ ਕਰ ਰਿਹਾ ਹੈ ਤਾਂ ਮੈਂ ਸਮਝਦਾ ਆਪਣੀ ਜ਼ਿੰਮੇਵਾਰੀ ਤੋਂ ਕੋਤਾਹੀ ਕਰ ਰਿਹਾ। ਸੋ ਵੈਦਰ ਇਟਸ ਦ ਸੀਨੀਅਰ ਮੋਸਟ ਔਰ ਦ ਜੂਨੀਅਰ ਮੋਸਟ ਆਫਿਸਰ, ਕੋਈ ਵੀ ਜੇ ਗਲਤ ਕਰੂਗਾ ਅੱਜ ਦੇ ਦਿਹਾੜੇ ਦੇ ਤਹਿਤ ਕਿਉਂਕਿ ਕਿਸਾਨ ਬੜੀ ਸੰਕਟ ਚੱਲ ਰਹੇ ਹਨਗੇ ਤਾਂ ਵੀਲ ਟੇਕ ਦੀ ਸਟ੍ਰਿਕਟੈਸਟ ਐਕਸ਼ਨ ਅਗੇਂਸਟ ਦੈਟ ਆਫਿਸਰ। ਇਹ ਜਿਹੜੇ ਆਫਿਸਰ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਕਿੱਥੇ ਪਟਿਆਲੇ 'ਚ ਮੈਨੂੰ ਪਤਾ ਲੱਗਿਆ ਸੀ ਕਿ ਪਟਿਆਲੇ ਪੋਸਟਡ ਐਗਰੀਕਲਚਰ ਆਫਿਸਰ ਸੀਗਾ ਔਰ ਉਸ ਦੇ ਤਹਿਤ ਅੱਜ ਚੀਫ ਜਿਹੜਾ ਐਗਰੀਕਲਚਰ ਆਫਿਸਰ ਗਰੇਵਾਲ ਸਾਹਿਬ ਨੂੰ ਹਦਾਇਤ ਦਿੱਤੀ ਗਈ। ਡਾਇਰੈਕਟਰ ਸਾਹਿਬ ਵਸਿਸ਼ ਸਾਹਿਬ ਨੂੰ ਮੈਂ ਹੁਕਮ ਕੀਤਾ ਸੀ ਕਿ ਇਸ 'ਚ ਵੈਰੀਫਾਈ ਕਰੋ ਔਰ ਉਹਨਾਂ ਨੇ ਵੈਰੀਫਿਕੇਸ਼ਨ ਕਰਕੇ ਸਾਨੂੰ ਦੱਸਿਆ ਕਿ ਅੱਜ ਉਹ ਛੁੱਟੀ ਲੈ ਕੇ ਗਿਆ ਹੋਇਆ ਸੀਗਾ ਔਰ ਕੁਝ ਕਿਸਾਨ ਸਾਡੇ ਪੀਸੀਸੀ ਪ੍ਰਧਾਨ ਨੂੰ ਮਿਲੇ ਸੀ ਸੜਕ ਤੇ, ਜਿਨ੍ਹਾਂ ਨੇ ਜ਼ਿਕਰ ਕੀਤਾ ਕਿ ਇਹ ਇਨਸਾਨ ਆਪਣੇ ਵੱਧ ਪੈਸਿਆਂ ਤੇ ਸਾਨੂੰ ਖਾਦ ਵੇਚ ਰਿਹਾ ਜੀ ਔਰ ਉਹਨਾਂ ਦੀ ਸ਼ਿਕਾਇਤ ਦੇ ਤਹਿਤ ਅਸੀਂ ਅੱਜ ਉਸ ਤੇ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ। ਵਿਰੋਧੀ ਧਿਰ ਜਿਹੜੇ ਨੇ ਉਹ ਵੀ ਲਗਾਤਾਰ ਸਵਾਲ ਚੁੱਕ ਰਹੇ ਨੇ ਕਿ ਸਰਕਾਰ ਨੇ ਜਿਹੜੇ ਇੰਤਜ਼ਾਮ ਕਰਨੇ ਸੀਗੇ ਉਹ ਨਹੀਂ ਕੀਤੇ ਤੇ ਇਸ ਸੀਜ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਡੀਏਪੀ ਦੀ ਜ਼ਰੂਰਤ ਹੁੰਦੀ ਹੈ ਤਾਂ ਸਰਕਾਰ ਨੇ ਪਹਿਲਾਂ ਹੀ ਕਿਉਂ ਨਹੀਂ ਸਾਰੇ ਜਿਹੜੇ ਅਰੇਂਜਮੈਂਟ ਕਰਕੇ ਰੱਖੇ ਜਦੋਂ ਪਤਾ ਸੀਗਾ ਕਿ ਸ਼ਾਰਟੇਜ ਜਿਹੜੀ ਹੈ ਉਹ ਆ ਸਕਦੀ। ਇਹਦਾ ਮੈਡਮ ਮੈਂ ਇਹਦਾ ਕੀ ਜਵਾਬ ਦੇ ਸਕਦਾ ਕਿਉਂਕਿ ਮੇਰੇ ਕੋਲ ਤਾਂ ਹਲੇ ਮਹੀਨਾ ਕੀ ਹੋਇਆ। ਸੋ ਮੇਰੇ ਆਉਣ ਤੋਂ ਪਹਿਲਾਂ ਬਿਲਕੁਲ ਸਰਕਾਰਾਂ ਦੀ ਜ਼ਿੰਮੇਵਾਰੀਆਂ ਬਣਦੀਆਂ ਹੋਣਗੀਆਂ, ਸਰਕਾਰਾਂ ਦਾ ਫਰਜ਼ ਹੁੰਦਾ ਹੈ। ਆਪਾਂ ਜਾਣਦੇ ਹਾਂ ਕਿ ਕਿੰਨੀ ਕੁ ਆਪਾਂ ਨੂੰ ਜਿਵੇਂ 5.5 ਲੱਖ ਮੈਟ੍ਰਿਕ ਟਨ ਸਾਨੂੰ ਲੋੜ ਸੀਗੀ, ਲੇਕਿਨ ਸਾਡੀ ਜਿਹੜੀ ਪਹਿਲੇ ਸਮੇਂ ਵੇਲੇ ਮੇਰੇ ਆਉਣ ਤੋਂ ਪਹਿਲਾਂ 1,99,000 ਮੈਟ੍ਰਿਕ ਟਨ ਦਿੱਤੀ ਗਈ ਸੀ। ਜਾਣ ਤੋਂ ਬਾਅਦ 1,97,000 ਮੈਟ੍ਰਿਕ ਟਨ ਫੇਰ ਐਲੋਕੇਟ ਕੀਤੀ ਗਈ। ਹੁਣ ਉਹਨਾਂ ਨੇ ਸਾਡੀ ਹੋਰ ਵਧਾ ਦਿੱਤੀ। ਸੋ ਹੌਲੀ ਹੌਲੀ ਇਸ ਦਾ ਹੀਲਾ ਕੀਤਾ ਜਾ ਸਕਦਾ ਹੈ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸਾਨਾਂ 'ਤੇ ਕੋਈ ਨੁਕਸਾਨ ਨਾ ਹੋ ਸਕੇ। ਜੋ ਪਹਿਲਾਂ ਕਰ ਗਏ ਉਹਦਾ ਮੈਂ ਜੇ ਚੰਗਾ ਕੀਤਾ ਹੁੰਦਾ ਸ਼ਾਇਦ ਅੱਜ ਮੈਂ ਵੀ ਨਾ ਵਜ਼ੀਰ ਹੁੰਦਾ। ਸੋ ਜੇ ਮਾੜਾ ਕੀਤਾ ਸ਼ਾਇਦ ਚੰਨੀ ਸਾਹਿਬ ਅੱਜ ਮੁੱਖ ਮੰਤਰੀ ਹਨਗੇ ਤੇ ਨਵਜੋਤ ਸਿੱਧੂ ਸਾਹਿਬ ਪ੍ਰਧਾਨ ਹਨਗੇ। ਬਿਲਕੁਲ ਕਾਕਾ ਰਣਦੀਪ ਜੀ, ਇਸ ਦੇ ਨਾਲ ਹੀ ਕਿਸਾਨ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਵੀ ਪੰਜਾਬ ਨਾਲ ਕਿਤੇ ਨਾ ਕਿਤੇ ਵਿਤਕਰਾ ਕਰ ਰਹੀ ਹੈ ਕਿਉਂਕਿ ਕਿਸਾਨ ਅੰਦੋਲਨ ਜਿਹੜਾ ਸਾਡਾ ਲਗਾਤਾਰ ਚੱਲ ਰਿਹਾ ਹੈ। ਇਹ ਕਾਰਨ ਵੀ ਹੈ ਕਿ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੇ ਪੰਜਾਬ ਦੇ ਨਾਲ ਵਿਤਕਰਾ ਕੀਤਾ, ਪੰਜਾਬ ਦੇ ਕਿਸਾਨਾਂ ਦੇ ਨਾਲ ਵਿਤਕਰਾ ਕੀਤਾ।
ਦੇਖੋ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ, ਪਹਿਲਾਂ ਡਾਕਟਰ ਮਨਮੋਹਨ ਸਿੰਘ ਜੀ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਰਹੇ, ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਕਾਫੀ ਭਾਰੀ ਮਾਤਰਾ 'ਚ ਉਹਨਾਂ ਨੇ ਮਾਫ ਕੀਤਾ। ਜਿੱਦਣ ਤੋਂ ਕਾਂਗਰਸੀ ਸਰਕਾਰ ਪੰਜਾਬ 'ਚ ਬਣੀ 4600 ਕਰੋੜ ਰੁਪਇਆ ਅਸੀਂ ਕਿਸਾਨਾਂ ਦਾ ਲੱਖਾਂ ਦੀ ਤਾਦਾਦ 'ਚ ਉਹਨਾਂ ਦਾ ਮਾਫ ਕੀਤਾ। ਜਿਹੜੇ ਕਿਸਾਨ ਸ਼ਹੀਦ ਹੋਏ ਉਹਨਾਂ ਨੂੰ 127 ਨੌਕਰੀਆਂ ਦੇ ਨਿਯੁਕਤੀ ਪੱਤਰ ਦਿੱਤੇ, 5-5 ਲੱਖ ਰੁਪਇਆ ਮਾਮਜਾ ਦਿੱਤਾ। ਸੋ ਕਾਂਗਰਸ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨਾਂ ਨਾਲ ਖੜ ਸਕੇ, ਕਿਉਂਕਿ ਸਾਡਾ ਜਿਹੜਾ ਸੂਬਾ ਹੈ ਜਾਂ ਪੰਜਾਬ ਹੈ ਉਸ ਦੀ ਪਛਾਣ ਸਾਡੇ ਖੇਤੀਬਾੜੀ ਨਾਲ ਜੁੜੀ ਹੈ, ਔਰ ਖੇਤੀਬਾੜੀ ਉਹ ਵਿਸ਼ਾ ਹੈ ਜਿਹੜੀ ਸਾਡੀ ਆਰਥਿਕ ਤੌਰ ਤੇ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ। ਸੋ ਜੇ ਅਸੀਂ ਉਸ ਤੋਂ ਵਿਤਕਰਾ ਕਰਦੇ ਹਾਂ ਮੈਂ ਸਮਝਦਾ ਤਾਂ ਅਸੀਂ ਪੰਜਾਬ ਨਾਲ ਕੁਤਾਹੀ ਕਰ ਰਹੇ। ਸੋ ਮੈਂ ਵਚਨਬੰਦ ਖੜਾ, ਕਾਂਗਰਸ ਪਾਰਟੀ ਵਚਨਬੰਦ ਖੜੀ ਹੈ ਕਿ ਅਸੀਂ ਕਿਸਾਨਾਂ ਦੀ ਪਿੱਠ ਤੇ ਖੜਾਂਗੇ, ਔਰ ਜਿੱਥੇ ਤੱਕ 3 ਕਾਲੇ ਕਾਨੂੰਨ ਹੈ ਪੰਜਾਬ 'ਚ ਸਾਡੇ ਸਦਨ 'ਚ ਅਸੀਂ ਹਾਊਸ ਮਤਾ ਵੀ ਪਾਸ ਕੀਤਾ ਹੈ, ਇਹ ਪੰਜਾਬ 'ਚ ਲਾਗੂ ਹੋਣ ਨਹੀਂ ਦੇਵਾਂਗੇ, ਔਰ ਬਕਾਇਦਾ ਜੋ ਵੀ ਹਮਾਇਤ ਕਿਸੇ ਕਿਸਾਨ ਨੂੰ ਕਿਤੇ ਵੀ ਲੋੜ ਹੋਏਗੀ ਅਸੀਂ ਹਮਾਇਤ ਕਰਾਂਗੇ। ਔਰ ਹੌਟਲਾਈਨ ਵੀ ਇਸ਼ੂ ਕੀਤੀ ਹੋਈ ਹੈ ਸਾਡੀ ਬਕਾਇਦਾ ਮੰਡੀ ਬੋਰਡ, ਕੋਈ ਸ਼ਿਕਾਇਤ ਆਏਗੀ ਕਿਸੇ ਦੇ ਤਹਿਤ ਹੋਰਡਿੰਗ ਦੇ ਅਧੀਨ ਜਾਂ ਸਰਕਾਰੀ ਮੁਲਾਜ਼ਮ ਦੇ ਅਧੀਨ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਬਿਲਕੁਲ। ਕੀ ਤੁਹਾਡੇ ਆਫੀਸਰਸ ਵੀ ਜਿਹੜੇ ਨੇ ਉਹ ਜਾਂਚ ਕਰ ਰਹੇ ਨੇ ਜਾਂ ਫਿਰ ਕੋਈ ਤੁਹਾਡੇ ਆਫੀਸਰਸ ਦਿੱਲੀ ਬੈਠੇ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਕੋਆਰਡੀਨੇਸ਼ਨ ਦੇ ਵਿੱਚ ਪ੍ਰੋਬਲਮ ਨਾ ਆਏ? ਦਿੱਲੀ ਅਸੀਂ ਪਰਸੋਂ 3 ਆਫੀਸਰ ਭੇਜੇ ਜੀ ਤਾਂ ਕਿ ਜਿਹੜੀ ਡਿਸਟ੍ਰੀਬਿਊਸ਼ਨ ਹੈ ਰੇਕਸ ਦੀ ਉਹ ਜਿਹੜੀ ਸਪਲਾਈ ਚੇਨ ਨਾ ਟੁੱਟੇ, ਸਪਲਾਈ ਚੇਨ ਰੈਗੂਲਰ ਆਂਦੀ ਰਹੇ ਤਾਂ ਕਿ ਜਿਹੜੇ ਕਿਸਾਨਾਂ ਨੂੰ ਪੈਨਿਕ ਹੈ ਉਹ ਨਾ ਹੋ ਸਕੇ। ਇੱਕ ਦਿਨ ਜੇ ਸਪਲਾਈ ਚੇਨ ਰੁਕ ਜਾਂਦੀ ਹੈ ਤਾਂ ਕਿਸਾਨ ਆ ਕੇ ਰੇਲਵੇ ਟਰੈਕਸ 'ਤੇ ਬੈਠਣੇ ਸ਼ੁਰੂ ਕਰਨ, ਤਾਂ ਉਸ ਨੂੰ ਬਚਤ ਰੱਖਦੇ ਹੋਏ, ਕਿਉਂਕਿ ਬੜੇ ਨਾਜ਼ੁਕ ਸਮੇਂ 'ਚ ਅਸੀਂ ਗੁਜ਼ਰ ਰਹੇ ਹਾਂ, ਉੱਭਰ ਰਹੇ ਹਾਂ, ਤਾਂ ਉਹਨੂੰ ਮੁਖੀ ਰੱਖਦੇ ਹੋਏ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸਾਨਾਂ ਤੱਕ ਜਿਹੜੀ ਰਾਹਤ ਹੈ ਜੋ ਸਾਡੀ ਜ਼ਿੰਮੇਵਾਰੀ ਜਦ ਤੋਂ ਸਾਡੀ ਸਰਕਾਰ ਬਣੀ ਉਹਨਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਬਿਲਕੁਲ। ਤੇ ਐਗਰੀਕਲਚਰ ਮਿਨਿਸਟਰ ਸਾਫ਼ ਤੌਰ ਤੇ ਕਹਿ ਰਹੇ ਨੇ ਕਿ 30 ਤਰੀਕ ਤੱਕ ਜ਼ਰੂਰ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਉਹ ਅਸੀਂ ਵੀ ਜਾਣਦੇ ਹਾਂ, ਪਰ ਸਾਡੀ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੰਨੀ ਡਿਮਾਂਡ ਹੈ ਉਸ ਦੀ ਉਨੀ ਸਪਲਾਈ ਅਸੀਂ DAP ਕਰ ਸਕੀਏ। ਨਾਲ ਹੀ ਉਹਨਾਂ ਵੱਲੋਂ ਇੱਕ ਹੋਰ ਵੀ ਦਾਅਵਾ ਕੀਤਾ ਗਿਆ ਹੈ ਕਿ 30 ਤਰੀਕ ਤੱਕ ਜੇ 100% ਡਿਮਾਂਡ ਜਿਹੜੀ ਹੈ ਕਿਸਾਨਾਂ ਦੀ ਹੈ ਤਾਂ 93% ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਡਿਮਾਂਡ ਜਿਹੜੀ ਹੈ ਉਹ ਪੂਰੀ ਕਰ ਸਕੇ, ਯਾਨੀ ਕਿ ਸਪਲਾਈ ਜਿਹੜੀ ਹੈ ਜ਼ਿਆਦਾ ਤੋਂ ਜ਼ਿਆਦਾ DAP ਕਿਸਾਨਾਂ ਤੱਕ ਕਰ ਸਕੇ। ਹਾਲਾਂਕਿ ਪਹਿਲਾਂ ਨਾਲੋਂ ਹਾਲਾਤ ਉਹਨਾਂ ਦਾ ਕਹਿਣਾ ਹੈ ਕਿ ਸੁਧਰ ਰਹੇ ਨੇ। ਕੈਮਰਾਮੈਨ ਅਸ਼ਵਨੀ ਮਨਹਾਸ ਦੇ ਨਾਲ ਲਿਤਿਕਾ ਮਹੇਸ਼, BC ਮੀਡੀਆ, ਚੰਡੀਗੜ੍ਹ।